Hello students, how are you? Today we are going to start next lesson in celebration of being alive. ਜਿਉਂਦੇ ਰਹਿਣ ਦਾ ਜਸ਼ਨ. Our author is Dr. Christian Bernard. Let's start from introduction. Dr. Christian Bernard made history in the field of medicine. He made attempts to transplant the human heart. This lesson has actually been taken from a speech by him. Dr. Bernard talks about the lesson he took from two youngsters about the business of living. Those who have a brave and positive attitude in life move forward in spite of physical sufferings. They don't cry or weep. Such people ignore all pain. They become an example for others. They teach us the real art of living. We should celebrate being alive. ਜੋ ਡਾਕਟਰ ਕ੍ਰਿਸਚੀਅਨ ਬਰਨਾਰਡ ਹੈ ਉਸਨੇ ਇਤਿਹਾਸ ਰਚਿਆ। ਕਿਹੜੇ ਖੇਤਰ ਦੇ ਵਿੱਚ ਇਤਿਹਾਸ ਰਚਿਆ? ਮੈਡੀਸਨ ਦੇ ਖੇਤਰ ਵਿੱਚ, ਡਾਕਟਰੀ ਦੇ ਖੇਤਰ ਵਿੱਚ। ਕਿਹੜਾ ਇਤਿਹਾਸ? ਕਿਉਂਕਿ ਉਸਨੇ ਕੋਸ਼ਿਸ਼ ਕੀਤੀ, ਅਟੈਂਪਟ ਕੀਤੀ ਹਿਊਮਨ ਹਾਰਟ ਨੂੰ, ਮਨੁੱਖੀ ਦਿਲ ਨੂੰ ਟਰਾਂਸਪਲਾਂਟ ਕਰਨ ਦੇ ਲਈ। ਦਿਸ ਲੈਸਨ ਹੈਜ਼ ਐਕਚੁਅਲ ਬੀਨ ਟੇਕਨ। ਇਹ ਜਿਹੜਾ ਲੈਸਨ ਹੈ ਲਿਆ ਗਿਆ ਹੈ, ਉਸ ਦੀ ਇੱਕ ਸਪੀਚ ਤੋਂ ਲਿਆ ਗਿਆ ਹੈ। ਜੋ ਉਸਨੇ ਇੱਕ ਸਪੀਚ ਦਿੱਤੀ ਸੀ ਉਸ ਤੋਂ ਇਹ ਲੈਸਨ ਲਿਆ ਗਿਆ ਹੈ। ਉਹ ਡਾਕਟਰ ਜੋ ਬਰਨਾਰਡ ਹੈ ਉਹ ਗੱਲ ਕਰਦਾ ਹੈ ਉਸ ਸਬਕ ਦੇ ਬਾਰੇ ਜੋ ਉਸਨੇ ਦੋ ਨੌਜਵਾਨਾਂ ਤੋਂ ਸਬਕ ਸਿੱਖਿਆ ਸੀ। ਡਾਕਟਰ ਜੋ ਬਰਨਾਰਡ ਹੈ ਇਸ ਲੈਸਨ ਇੱਕ ਸਬਕ ਦੀ ਗੱਲ ਕਰਦਾ ਹੈ ਜੋ ਉਸਨੇ ਦੋ ਨੌਜਵਾਨਾਂ ਤੋਂ ਲਿਆ ਸੀ। ਕਿਸ ਦੇ ਬਾਰੇ? ਜੀਵਨ ਦੀ ਕਲਾ ਦੇ ਬਾਰੇ। ਅਬਾਊਟ ਦਾ ਬਿਜ਼ਨਸ ਆਫ ਲਿਵਿੰਗ। ਜੀਣ ਦਾ ਬਿਜ਼ਨਸ ਕੀ ਹੈ, ਕਿਸ ਤਰ੍ਹਾਂ ਜੀਣਾ ਹੈ। ਦੋਜ਼ ਹੂ ਹੈਵ ਅ ਬਰੇਵ ਐਂਡ ਪੋਜ਼ੀਟਿਵ ਐਟੀਟਿਊਡ ਇਨ ਲਾਈਫ। ਉਹ ਵਿਅਕਤੀ ਜੋ ਜੀਵਨ ਦੇ ਵਿੱਚ ਬਰੇਵ ਐਟੀਟਿਊਡ ਰੱਖਦੇ ਹਨ, ਜੋ ਬਹਾਦਰੀ ਵਾਲਾ ਰਵੱਈਆ ਰੱਖਦੇ ਨੇ, ਜੋ ਸਕਾਰਾਤਮਕ ਰਵੱਈਆ ਰੱਖਦੇ ਨੇ, ਉਹ ਅੱਗੇ ਵਧਦੇ ਹਨ, ਮੂਵ ਫਾਰਵਰਡ। ਕਿਸ ਦੇ ਬਾਵਜੂਦ? ਆਪਣੀ ਫਿਜ਼ੀਕਲ ਸਫਰਿੰਗ ਦੇ ਬਾਵਜੂਦ, ਆਪਣੀ ਸਰੀਰਕ ਕਸ਼ਟਾਂ ਦੇ ਬਾਵਜੂਦ। ਦੇ ਡੋਂਟ ਕਰਾਈ ਔਰ ਵੀਪ। ਉਹ ਰੋਂਦੇ ਨਹੀਂ। ਔਰ ਇਸ ਤਰ੍ਹਾਂ ਦੇ ਜਿਹੜੇ ਪੀਪਲ ਨੇ, ਇਸ ਤਰ੍ਹਾਂ ਦੇ ਜਿਹੜੇ ਲੋਕ ਨੇ, ਉਹ ਸਾਰੇ ਦੁੱਖਾਂ ਨੂੰ, ਹਰ ਦੁੱਖ ਨੂੰ, ਹਰ ਦਰਦ ਨੂੰ ਇਗਨੋਰ ਕਰ ਦਿੰਦੇ ਹਨ, ਨਜ਼ਰਅੰਦਾਜ਼ ਕਰ ਦਿੰਦੇ ਹਨ। ਔਰ ਉਹ ਬਣ ਜਾਂਦੇ ਹਨ ਦੂਸਰਿਆਂ ਦੇ ਲਈ ਇੱਕ ਐਗਜ਼ੈਂਪਲ ਬਣ ਜਾਂਦੇ ਹਨ, ਦੂਸਰਿਆਂ ਦੇ ਲਈ ਉਹ ਇੱਕ ਉਦਾਹਰਨ ਬਣ ਜਾਂਦੇ ਹਨ। ਔਰ ਦੇ ਟੀਚਰਸ, ਔਰ ਉਹ ਸਾਨੂੰ ਸਿਖਾਉਂਦੇ ਹਨ ਕਿ ਅਸਲ ਵਿੱਚ ਜੀਵਨ ਦੀ ਕਲਾ ਕੀ ਹੈ, ਅਸਲ ਵਿੱਚ ਕਿਸ ਤਰ੍ਹਾਂ ਜੀਵਨ ਨੂੰ ਜੀਣਾ ਹੈ। ਔਰ ਵੀ ਸ਼ੁੱਡ ਸੈਲੀਬ੍ਰੇਟ ਬੀਇੰਗ ਅਲਾਈਵ। ਔਰ ਸਾਨੂੰ ਸੈਲੀਬ੍ਰੇਟ ਕਰਨਾ ਚਾਹੀਦਾ, ਸਾਨੂੰ ਜਸ਼ਨ ਮਨਾਉਣਾ ਚਾਹੀਦਾ ਹੈ ਜਿਉਂਦੇ ਰਹਿਣ ਦਾ, ਵੀ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਜੀਣਾ ਹੈ। ਉਸ ਦਾ ਹਮੇਸ਼ਾ ਸਾਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਹੈ, ਜਸ਼ਨ ਮਨਾਉਣਾ ਚਾਹੀਦਾ ਹੈ। ਲੈਟਸ ਸਟਾਰਟ ਫਰੋਮ ਸਮਰੀ। Dr. Christian Bernard is about to reach the end of his career as a heart surgeon. He thinks why people suffer so much. There is a lot of suffering in the world. In the year of this lecture, 125 million children were born. 12 million might not reach the age of 1 and another 6 million would die before the age of 5. Out of the rest, many would end up as mental or physical cripples. ਡਾਕਟਰ ਕ੍ਰਿਸਚੀਅਨ ਬਰਨਾਰਡ ਆਪਣੇ ਕੈਰੀਅਰ ਦੇ ਅੰਤਲੇ ਪੜਾਅ 'ਤੇ ਹਨ। ਉਹ ਆਪਣੇ ਕੈਰੀਅਰ ਦੇ ਅੰਤਲੇ ਪੜਾਅ 'ਤੇ ਹਨ। ਕਿਹੜੇ ਕੈਰੀਅਰ ਦੇ? ਇੱਕ ਹਾਰਟ ਸਰਜਨ ਦੇ ਕੈਰੀਅਰ 'ਤੇ ਆਪਣੇ ਅੰਤਲੇ ਪੜਾਅ ਵਿੱਚ ਹਨ। ਔਰ ਉਹ ਸੋਚਦੇ ਹਨ, ਹੀ ਥਿੰਕਸ, ਕਿ ਜਿਹੜੇ ਲੋਕ ਨੇ ਉਹ ਇੰਨੇ ਜ਼ਿਆਦਾ ਕਸ਼ਟ ਕਿਉਂ ਉਠਾਉਂਦੇ ਹਨ, ਜਿਹੜੇ ਲੋਕ ਨੇ ਇੰਨਾ ਜ਼ਿਆਦਾ ਸਫ਼ਰ ਕਿਉਂ ਉਠਾਉਂਦੇ ਹਨ, ਕਿਉਂ ਕਸ਼ਟ ਸਹਿੰਦੇ ਹਨ। ਔਰ ਸੰਸਾਰ ਦੇ ਵਿੱਚ ਬਹੁਤ ਸਾਰੀ ਸਫਰਿੰਗ ਹੈ, ਸੰਸਾਰ ਦੇ ਵਿੱਚ ਬਹੁਤ ਸਾਰੇ ਕਸ਼ਟ ਹਨ। ਔਰ ਇਸ ਲੈਕਚਰ ਦੇ ਅੰਤ ਵਿੱਚ, ਜਦੋਂ ਉਸਨੇ ਲੈਕਚਰ ਦਿੱਤਾ ਸੀ, ਉਸ ਲੈਕਚਰ ਦੇ ਅੰਤ ਵਿੱਚ ਕਿੰਨੇ ਬੱਚੇ ਪੈਦਾ ਹੋਏ? 125 ਮਿਲੀਅਨ ਬੱਚੇ ਪੈਦਾ ਹੋਏ। ਅਤੇ ਉਹਨਾਂ ਵਿੱਚੋਂ ਜੋ 12 ਮਿਲੀਅਨ ਬੱਚੇ ਸਨ ਉਹ ਪਹੁੰਚ ਨਹੀਂ ਪਾਏ। ਕਿਹੜੀ ਉਮਰ ਤੱਕ? 1 ਸਾਲ ਦੀ ਉਮਰ ਤੱਕ ਹੀ ਨਹੀਂ ਪਹੁੰਚ ਪਾਏ, ਮਤਲਬ ਉਹ ਮਰ ਗਏ। ਅਤੇ ਅਨਦਰ 6 ਮਿਲੀਅਨ ਵੁੱਡ ਡਾਈ। ਅਤੇ ਅਗਲੇ ਜਿਹੜੇ ਹੋਰ ਜਿਹੜੇ 6 ਮਿਲੀਅਨ ਸਨ ਉਹ ਮਰ ਗਏ ਬਿਫੋਰ ਦਾ ਏਜ ਆਫ 5, 5 ਸਾਲ ਦੀ ਉਮਰ ਤੱਕ ਪਹੁੰਚਦੇ ਪਹੁੰਚਦੇ। ਤਾਂ ਉਹਨਾਂ ਵਿੱਚੋਂ 12 ਮਿਲੀਅਨ ਜਿਹੜੇ ਬੱਚੇ ਸਨ ਉਹ 1 ਸਾਲ ਦੀ ਉਮਰ ਤੱਕ ਨਹੀਂ ਪਹੁੰਚ ਪਾਉਂਦੇ, ਅਤੇ ਜਿਹੜੇ ਅਨਦਰ 6 ਮਿਲੀਅਨ ਬੱਚੇ ਨੇ ਉਹ 5 ਸਾਲ ਦੀ ਉਮਰ ਤੱਕ ਪਹੁੰਚਦੇ ਪਹੁੰਚਦੇ ਮਰ ਜਾਂਦੇ ਹਨ। ਆਊਟ ਆਫ ਦੀ ਰੈਸਟ,
ਔਰ ਜਿਹੜੇ ਬਾਕੀ ਬਚਦੇ ਨੇ 125 ਮਿਲੀਅਨ ਦੇ ਵਿੱਚ ਜਿਹੜੇ ਬਾਕੀ ਬਚਦੇ ਹਨ ਤੇ ਉਹਨਾਂ ਦਾ ਅੰਤ ਹੁੰਦਾ ਹੈ। ਕਿਸ ਤੌਰ ਤੇ? ਚਾਹੇ ਉਹ ਮੈਂਟਲ ਕ੍ਰਿਪਲ ਹੋ ਜਾਣ, ਚਾਹੇ ਉਹ ਮਾਨਸਿਕ ਤੌਰ ਤੇ ਅਪਾਹਿਜ ਹੋ ਜਾਣ, ਅਪੰਗ ਹੋ ਜਾਣ, ਚਾਹੇ ਉਹ ਸਰੀਰਕ ਤੌਰ ਤੇ ਅਪਾਹਿਜ ਹੋ ਜਾਣ, ਅਪੰਗ ਹੋ ਜਾਣ। Or he had these thoughts from an accident which he had a few years ago. His wife and he were one day crossing a street. Next moment, a car had hit him and knocked him into his wife. She was thrown into the other lane and hit by a car coming from the opposite side. During the next few days in the hospital, he experienced pain and fear and also anger. He could not understand why he and his wife had to suffer. His 11 ribs were broken, his lung was holed, his wife had a badly fractured shoulder. He asked himself why all this should happen to them. He had a young baby and his wife was required to take care of him. ਉਸਨੂੰ ਇਹ ਵਿਚਾਰ ਆਏ, he had these thoughts, ਜੋ ਡਾਕਟਰ ਕ੍ਰਿਸਚੀਅਨ ਬਰਨਾਰਡ ਸੀ ਉਸਨੂੰ ਇਹ ਵਿਚਾਰ ਆਏ। ਕਿਸ ਤੋਂ ਵਿਚਾਰ ਆਏ? ਇੱਕ ਦੁਰਘਟਨਾ ਤੋਂ, ਇੱਕ ਐਕਸੀਡੈਂਟ ਤੋਂ, ਜੋ ਕੁਝ ਸਾਲ ਪਹਿਲਾਂ ਉਸ ਨਾਲ ਹੋਈ ਸੀ, ਜਿਸ ਵਿੱਚ ਕੀ ਹੋਇਆ, ਹਿਜ਼ ਵਾਈਫ ਜਿਹੜੀ ਉਸਦੀ ਪਤਨੀ ਸੀ ਤੇ ਉਹ ਆਪ ਇੱਕ ਗਲੀ ਨੂੰ ਕ੍ਰੋਸ ਕਰ ਰਹੇ ਸਨ, ਗਲੀ ਪਾਰ ਕਰ ਰਹੇ ਸਨ, ਤਾਂ ਅਗਲੇ ਪਲ ਕੀ ਹੋਇਆ ਕਿ ਜਿਹੜੀ ਕਾਰ ਸੀ ਉਸ ਵਿੱਚ ਆ ਕੇ ਵੱਜੀ। ਆ ਕਾਰ ਹੈਡ ਹਿਟ ਹਿਮ, ਤੇ ਇਸ ਨਾਲ ਕੀ ਹੋਇਆ ਅਤੇ ਉਹ ਜਾ ਕੇ ਆਪਣੀ ਪਤਨੀ ਦੇ ਵਿੱਚ ਵੱਜਿਆ। ਜੋ ਕਾਰ ਸੀ ਉਸ ਦੇ ਵਿੱਚ ਵੱਜੀ ਤੇ ਡਾਕਟਰ ਕ੍ਰਿਸਚੀਅਨ ਬਰਨਾਰਡ ਆਪਣੀ ਪਤਨੀ ਦੇ ਵਿੱਚ ਆ ਕੇ ਵੱਜਿਆ, ਤਾਂ ਇਸ ਨਾਲ ਕੀ ਹੋਇਆ, ਉਹ ਦੂਸਰੀ ਗਲੀ ਦੇ ਵਿੱਚ ਡਿੱਗ ਪਈ। ਸ਼ੀ ਵਾਸ ਥਰੋਨ ਇਨਟੂ ਦ ਅਦਰ ਲੇਨ, ਉਹ ਦੂਸਰੀ ਲੇਨ ਦੇ ਵਿੱਚ, ਗਲੀ ਦੇ ਵਿੱਚ ਡਿੱਗ ਪਈ। ਔਰ ਹਿਟ ਬਾਈ ਅ ਕਾਰ, ਤੇ ਇੱਕ ਕਾਰ ਨੇ ਉਸ ਨੂੰ ਟੱਕਰ ਮਾਰੀ, ਜਿਹੜੀ ਕਿੱਥੋਂ ਆ ਰਹੀ ਸੀ, ਜਿਹੜੀ ਓਪੋਜ਼ਿਟ ਸਾਈਡ ਤੋਂ ਆ ਰਹੀ ਸੀ। ਤਾਂ ਅਗਲੇ ਕੁਝ ਦਿਨਾਂ ਦੇ ਦੌਰਾਨ ਕੀ ਹੋਇਆ ਹਸਪੀਟਲ ਦੇ ਵਿੱਚ, ਅਗਲੇ ਕੁਝ ਦਿਨਾਂ ਦੇ ਦੌਰਾਨ ਉਸਨੇ ਅਨੁਭਵ ਕੀਤਾ, ਉਸਨੇ ਐਕਸਪੀਰੀਅੰਸ ਕੀਤਾ, ਉਸਨੇ ਅਨੁਭਵ ਕੀਤਾ। ਕਿਸ ਦਾ ਅਨੁਭਵ ਕੀਤਾ? ਪੇਨ ਦਾ, ਦੁੱਖ ਦਾ, ਡਰ ਦਾ ਅਨੁਭਵ ਕੀਤਾ ਉਸਨੇ, ਤੇ ਗੁੱਸੇ ਦਾ ਵੀ। ਤਾਂ ਹੀ ਕੁਡ ਨਾਟ ਅੰਡਰਸਟੈਂਡ, ਉਸ ਨੂੰ ਇਹ ਸਮਝ ਨਹੀਂ ਆ ਸਕਿਆ ਕਿ ਵਾਈ ਹੀ ਐਂਡ ਹਿਜ਼ ਵਾਈਫ ਹੈਡ ਟੂ ਸਫਰ, ਕਿ ਕਿਉਂ ਉਸ ਨੂੰ ਔਰ ਉਸ ਦੀ ਪਤਨੀ ਨੂੰ ਕਸ਼ਟ ਸਹਿਣ ਕਰਨਾ ਪਿਆ। ਵੀ ਉਹ ਇਹ ਸਮਝ ਨਹੀਂ ਸਕਿਆ ਵੀ ਕਿਉਂ ਉਸ ਨੂੰ ਔਰ ਉਸ ਦੀ ਪਤਨੀ ਨੂੰ ਕਸ਼ਟ ਸਹਿਣ ਕਰਨਾ ਪਿਆ। ਕਾਰਨ ਕੀ ਸੀ? ਕਿਉਂਕਿ ਉਸ ਦੀਆਂ ਜਿਹੜੀਆਂ 11 ਪਸਲੀਆਂ ਸਨ, ਹਿਜ਼ 11 ਰਿਬਸ, ਜਿਹੜੀ ਉਸ ਦੇ 11 ਪਸਲੀਆਂ ਸਨ ਉਹ ਟੁੱਟ ਚੁੱਕੀਆਂ ਸਨ, ਤੇ ਉਸ ਦੇ ਲੰਗ ਦੇ ਵਿੱਚ, ਉਸ ਦੇ ਫੇਫੜੇ ਦੇ ਵਿੱਚ ਸੁਰਾਖ ਹੋ ਗਿਆ ਸੀ, ਤੇ ਉਸ ਦੀ ਪਤਨੀ ਦੇ ਇੱਕ ਹਿਜ਼ ਵਾਈਫ ਹੈਡ ਅ ਬੈਡਲੀ ਫ੍ਰੈਕਚਰਡ ਸ਼ੋਲਡਰ, ਤੇ ਉਸ ਦੀ ਪਤਨੀ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਕਿਤੇ ਫ੍ਰੈਕਚਰ ਆ ਗਿਆ ਸੀ, ਸ਼ੋਲਡਰ ਦੇ ਵਿੱਚ। ਤੇ ਉਹ ਉਸਨੇ ਆਪਣੇ ਆਪ ਨੂੰ ਪੁੱਛਿਆ, ਹੀ ਆਸਕਡ ਹਿਮਸੈਲਫ, ਕਿ ਇਹ ਸਭ ਕੁਝ ਉਸ ਨਾਲ ਕਿਉਂ ਹੋਇਆ। ਵਾਈ ਆਲ ਦਿਸ ਸ਼ੁੱਡ ਹੈਪਨ ਟੂ ਦੈਮ, ਇਹ ਸਭ ਕੁਝ ਉਹਨਾਂ ਨਾਲ ਕਿਉਂ ਵਾਪਰਿਆ। ਹੀ ਹੈਡ ਅ ਯੰਗ ਬੇਬੀ, ਕਿਉਂਕਿ ਉਸਦਾ ਇੱਕ ਛੋਟਾ ਬੱਚਾ ਵੀ ਸੀ। ਐਂਡ ਹਿਜ਼ ਵਾਈਫ ਰਿਕੁਆਇਰਡ ਟੂ ਟੇਕ ਕੇਅਰ ਆਫ ਹਿਮ, ਤੇ ਉਸ ਦੀ ਪਤਨੀ ਨੂੰ ਉਸ ਦੀ ਦੇਖਭਾਲ ਕਰਨੀ ਸੀ। If his father had been alive, he would have told him that it was God's will that he was suffering. God tests human beings through making them suffer. Suffering ennobles a man. ਜੇਕਰ ਉਸ ਦਾ ਪਿਤਾ ਜਿਉਂਦਾ ਹੁੰਦਾ, if his father had been alive, ਜੇਕਰ ਉਸ ਦਾ ਪਿਤਾ ਜਿਉਂਦਾ ਹੁੰਦਾ ਤਾਂ ਉਸਨੇ ਕਹਿਣਾ ਸੀ, he would have told, ਉਸਨੇ ਕੀ ਕਹਿਣਾ ਸੀ ਕਿ ਪਰਮਾਤਮਾ ਦੀ ਇੱਛਾ ਸੀ ਕਿ ਉਸ ਨੂੰ ਕਸ਼ਟ ਸਹਿਣ ਕਰਨਾ ਪਿਆ। God tests human beings, ਪਰਮਾਤਮਾ ਆਦਮੀਆਂ ਦੀ ਪ੍ਰੀਖਿਆ ਲੈਂਦਾ ਹੈ। ਜੋ ਪਰਮਾਤਮਾ ਹੈ ਉਹ ਆਦਮੀਆਂ ਦੀ ਪ੍ਰੀਖਿਆ ਲੈਂਦਾ ਹੈ। ਥਰੂ ਮੇਕਿੰਗ them ਸਫਰ, ਉਹਨਾਂ ਨੂੰ ਸਫਰ ਵਿੱਚ ਪਾ ਕੇ, ਉਹਨਾਂ ਨੂੰ ਕਸ਼ਟਾਂ ਵਿੱਚ ਪਾ ਕੇ। ਔਰ ਜੋ ਸਫਰਿੰਗ ਹੈ, ਜੋ ਕਸ਼ਟ ਹੈ, ਉਹ ਇੱਕ ਆਦਮੀ ਨੂੰ ਕੀ ਬਣਾਉਂਦੇ ਹਨ? ਨੋਬਲ ਬਣਾਉਂਦੇ ਹਨ, ਸ੍ਰੇਸ਼ਟ ਬਣਾਉਂਦੇ ਹਨ। ਇਹ ਜੋ ਸਫਰਿੰਗ ਹੈ, ਇਹ ਕਿਸ ਦਾ ਵਿਚਾਰ ਸੀ? ਉਸ ਦੇ ਪਿਤਾ ਦਾ, ਕਿ ਜੋ ਪਰਮਾਤਮਾ ਹੈ ਉਹ ਮਨੁੱਖਾਂ ਦੀ ਪ੍ਰੀਖਿਆ ਲੈਂਦਾ ਹੈ, ਉਹਨਾਂ ਨੂੰ ਸਫਰ ਦੇ ਵਿੱਚ ਪਾ ਕੇ, ਤੇ ਜਿਹੜੀ ਸਫਰਿੰਗ ਹੈ, ਜਿਹੜਾ ਕਸ਼ਟ ਹੈ, ਉਹ ਇੱਕ ਆਦਮੀ ਨੂੰ ਕੀ ਬਣਾਉਂਦਾ? ਨੇਕ ਬਣਾਉਂਦਾ ਹੈ, ਇੱਕ ਆਦਮੀ ਨੂੰ ਸਰਵ ਸ੍ਰੇਸ਼ਟ ਬਣਾਉਂਦਾ ਹੈ। ਥੈਂਕਸ।